अभ्यास 1.6 ਦੇ सवाल समझांगे। ਇਹਦੇ ਵਿੱਚ ਸਾਨੂੰ ਸਭ ਤੋਂ ਪਹਿਲਾ प्रश्न कह रहा पता करो 64 ਦੀ पावर 1/2 ਦੀ कीमत। दूजे प्रश्न च 32 ਦੀ पावर 1/5 ਤੇ ਤੀਜੇ प्रश्न च 125 ਦੀ पावर 1/3 ਦੀ कीमत पता करन ਨੂੰ कह रहा ਸਾਨੂੰ। ਹੁਣ ਇੱਥੇ ਤੁਸੀਂ ਦੇਖੋ ਜਿੰਨੇ ਵੀ प्रश्न ਨੇ ਇਹਨਾਂ ਸਾਰਿਆਂ ਦੇ ਵਿੱਚ ਘਾਤ ਅੰਕ ਇੱਕ ਪੂਰਨ ਸੰਖਿਆ नहीं है। देखो पहले प्रश्न ਦੇ ਵਿੱਚ ਘਾਤ ਅੰਕ ਸਾਡੇ ਕੋਲ 1/2 है, ये पूर्ण संख्या नहीं हैगी। दूजे प्रश्न ਦੇ ਵਿੱਚ ਸਾਡੇ ਕੋਲ ਘਾਤ 1/5 है, ये भी पूर्ण संख्या नहीं हैगी। तीजे प्रश्न ਦੇ ਵਿੱਚ घात 1/3 है, ये भी पूर्ण संख्या नहीं हैगी। ਤਾਂ ਇਸ ਤਰ੍ਹਾਂ ਦੇ ਪ੍ਰਸ਼ਨ ਜਿੱਥੇ ਸਾਡੇ ਕੋਲ ਘਾਤ ਅੰਕ ਪੂਰਨ ਸੰਖਿਆਵਾਂ ਨਾ ਹੋਣ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਸੋਲਵ ਕਰਦੇ ਹਾਂ ਉਹ ਅਸੀਂ ਸਮਝਾਂਗੇ। ਪਹਿਲੇ ਪ੍ਰਸ਼ਨ ਦੇ ਵਿੱਚ ਦੇਖੋ 64 ਦੀ ਪਾਵਰ 1/2 ਦਿੱਤਾ ਹੈ। ਜਿਹੜਾ ਆਧਾਰ ਅੰਕ ਹੈ, ਆਧਾਰ ਅੰਕ ਸਾਡੇ ਕੋਲ ਇੱਥੇ 64 ਹੈ, ਅਸੀਂ ਇਸ ਦੇ ਅਭਾਜ ਗੁਣਨਖੰਡ ਕਰਾਂਗੇ। ਤਾਂ ਅਸੀਂ 64 ਦੇ ਅਭਾਜ ਗੁਣਨਖੰਡ ਕਰ ਲੈਂਦੇ ਹਾਂ। ਤੁਸੀਂ ਸਿੱਧੇ ਜੇ ਕਰ ਸਕਦੇ ਹੋ ਤਾਂ ਵੀ ਠੀਕ ਹੈ, ਨਹੀਂ ਤੁਸੀਂ ਇਸ ਤਰ੍ਹਾਂ ਲਿਖ ਕੇ ਇਸ ਦੇ ਅਭਾਜ ਗੁਣਨਖੰਡ ਕਰਨੇ ਹਨ। ਫਿਰ 2 ਨਾਲ ਵੰਡਾਂਗਾ ਮੈਂ, ਇਸ ਤਰ੍ਹਾਂ ਅਸੀਂ ਇਸ ਦੇ ਅਭਾਜ ਗੁਣਨਖੰਡ ਕਰਾਂਗੇ। ਮੈਨੂੰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਅਭਾਜ ਗੁਣਨਖੰਡ ਕਰਨੇ ਜ਼ਰੂਰ ਆਉਂਦੇ ਹੋਣਗੇ। ਹੁਣ ਦੇਖੋ ਜਦੋਂ ਅਸੀਂ 64 ਦੇ ਅਭਾਜ ਗੁਣਨਖੰਡ ਕੀਤੇ ਤਾਂ ਸਾਡੇ ਕੋਲ ਬਣੂਗਾ, ਦੇਖੋ 2 ਕਿੰਨੀ ਵਾਰ ਆਇਆ, 1 2 3 4 5 6 ਵਾਰ। ਤਾਂ 64 ਦੀ ਪਾਵਰ 1/2 ਨੂੰ ਅਸੀਂ ਲਿਖ ਦੇਵਾਂਗੇ 2 ਦੀ ਪਾਵਰ 6 ਤੇ ਇਹਦੀ ਪਾਵਰ 1/2। 64 ਦੀ ਜਗ੍ਹਾ ਤੇ ਅਸੀਂ 2 ਦੀ ਪਾਵਰ 6 ਲਿਖ ਦਿੱਤਾ। ਹੁਣ ਜਦੋਂ ਵੀ ਘਾਤ ਦੇ ਉੱਪਰ ਘਾਤ ਲੱਗੀ ਹੁੰਦੀ ਹੈ ਤਾਂ ਘਾਤਾਂ ਦਾ ਗੁਣਾ ਹੁੰਦਾ ਹੈ। ਤਾਂ ਇਹਨੂੰ ਅਸੀਂ ਲਿਖ ਸਕਦੇ ਹਾਂ 2 ਦੀ ਪਾਵਰ 6 ਨੂੰ ਅਸੀਂ 6/1 ਲਿਖ ਦਿੰਦੇ ਹਾਂ ਤਾਂ ਕਿ ਗਲਤੀ ਨਾ ਹੋਵੇ, ਤੇ ਗੁਣਾ ਹੋਊਗਾ 1/2। ਹੁਣ ਘਾਤਾਂ ਨੂੰ ਅਸੀਂ ਹੱਲ ਕਰਦੇ ਹਾਂ। ਦੇਖੋ 2 ਨਾਲ 6 ਕੱਟਿਆ ਗਿਆ, 2 ਤੀਏ 6, ਤਾਂ ਸਾਡੇ ਕੋਲੇ ਆ ਗਿਆ 2 ਦੀ ਘਾਤ 3। 2 ਦੀ ਘਾਤ 3 ਦਾ ਮਤਲਬ ਹੋਇਆ 2 ਨੂੰ 3 ਵਾਰ ਗੁਣਾ ਕਰਨਾ ਪਏਗਾ। ਤਾਂ 2 ਦੂਣੀ 4 ਤੇ 4 ਦੂਣੀ 8। ਇਸ ਤਰ੍ਹਾਂ ਅਸੀਂ 64 ਦੀ ਪਾਵਰ 1/2 ਨੂੰ ਹੱਲ ਕਰਕੇ ਆਨਸਰ ਪ੍ਰਾਪਤ ਕੀਤਾ 8। ਜੇ ਤੁਹਾਨੂੰ ਥੋੜ੍ਹੇ ਜਿਹੇ ਟੇਬਲਸ ਚੰਗੀ ਤਰ੍ਹਾਂ ਆਉਂਦੇ ਨੇ ਤਾਂ ਕਈ ਪ੍ਰਸ਼ਨਾਂ ਦੇ ਵਿੱਚ ਤੁਸੀਂ ਇਸ ਪ੍ਰਸ਼ਨ ਨੂੰ ਇੱਕ ਸ਼ਾਰਟ ਮੈਥਡ ਨਾਲ ਵੀ ਹੱਲ ਕਰ ਸਕਦੇ ਹੋ, ਉਹ ਵੀ ਸਿੱਖ ਲੈਂਦੇ ਹਾਂ। ਦੇਖੋ ਸਾਡੇ ਕੋਲ ਸੀ 64 ਦੀ ਪਾਵਰ 1/2। ਹੁਣ ਦੇਖੋ ਇੱਥੇ ਹਰ ਦੇ ਵਿੱਚ ਸਾਡੇ ਕੋਲੇ 2 ਹੈ, ਤਾਂ ਅਸੀਂ 64 ਨੂੰ ਲਿਖ ਸਕਦੇ ਹਾਂ 8 × 8। ਮਤਲਬ ਇੱਦਾਂ ਦੀ ਸੰਖਿਆ ਜਿਹਨੂੰ 2 ਵਾਰੀ ਗੁਣਾ ਕਰਕੇ ਅਸੀਂ 64 ਲਿਆ ਸਕੀਏ। 2 ਵਾਰੀ ਗੁਣਾ ਕਰਨਾ ਹਿੰਟ ਸਾਨੂੰ ਕਿੱਥੋਂ ਮਿਲਿਆ? ਇਸ ਘਾਤ ਅੰਕ ਦੇ ਹਰ ਤੋਂ। ਤਾਂ ਅਸੀਂ ਇਸ ਨੂੰ ਲਿਖ ਸਕਦੇ ਹਾਂ 8 × 8 ਦੀ ਪਾਵਰ 1/2। ਤਾਂ 8 × 8 ਮਤਲਬ 8 2 ਵਾਰ ਗੁਣਾ ਹੋਇਆ, ਤਾਂ ਇਸ ਨੂੰ ਅਸੀਂ ਲਿਖ ਸਕਦੇ ਹਾਂ 8 ਦੀ ਪਾਵਰ 2 ਤੇ 17 ਦੀ ਪਾਵਰ 1/2। ਹੁਣ ਫਿਰ ਅਸੀਂ ਸਿੱਖਿਆ ਸੀ ਕਿ ਜਦੋਂ ਘਾਤ ਦੇ ਉੱਪਰ ਇੱਕ ਹੋਰ ਘਾਤ ਸੰਖਿਆ ਹੋਵੇ ਤਾਂ ਅਸੀਂ ਘਾਤਾਂ ਦਾ ਗੁਣਾ ਕਰ ਦਿੰਦੇ ਹਾਂ। ਤਾਂ ਇਹ ਬਣ ਚੁੱਕਾ 2/1 ਗੁਣਾ 1/2। ਇੱਥੇ 2 ਨਾਲ 2 ਕੈਂਸਲ ਹੋ ਗਿਆ, ਸਾਡੇ ਕੋਲ ਆਇਆ 8 ਦੀ ਪਾਵਰ 1 ਤੇ ਬਣ ਗਿਆ 8। ਤੁਸੀਂ ਇਸ ਪ੍ਰਸ਼ਨ ਨੂੰ ਇਸ ਮੈਥਡ ਨਾਲ ਵੀ ਹੱਲ ਕਰ ਸਕਦੇ ਹੋ, ਨਹੀਂ ਤਾਂ ਅਭਾਜ ਗੁਣਨਖੰਡ ਵਿਧੀ ਨਾਲ ਤਾਂ ਹਰੇਕ ਪ੍ਰਸ਼ਨ ਤੁਸੀਂ ਬੜੀ ਆਸਾਨੀ ਨਾਲ ਹੱਲ ਕਰ ਹੀ ਸਕਦੇ ਹੋ। ਮੈਂ ਤੁਹਾਨੂੰ ਇਹੀ ਸਲਾਹ ਦੇਵਾਂਗਾ ਕਿ ਤੁਸੀਂ ਅਭਾਜ ਗੁਣਨਖੰਡ ਵਿਧੀ ਦੀ ਵਰਤੋਂ ਕਰੋ ਜਦੋਂ ਤੱਕ ਤੁਹਾਨੂੰ ਸਵਾਲਾਂ ਦੀ ਚੰਗੀ ਤਰ੍ਹਾਂ ਪ੍ਰੈਕਟਿਸ ਨਹੀਂ ਹੋ ਜਾਂਦੀ। ਓਕੇ, ਨੈਕਸਟ ਪ੍ਰਸ਼ਨ ਦੇਖਦੇ ਹਾਂ। ਅਗਲਾ ਪ੍ਰਸ਼ਨ ਹੈ ਸਾਡੇ ਕੋਲ 32 ਦੀ ਪਾਵਰ 1/5। ਇਹ ਜਿਹੜੀ ਪਾਵਰ ਹੈ ਉੱਪਰ ਨੂੰ ਕਰਕੇ ਦੇਖੋ ਲਿਖੀਏ, ਤੁਸੀਂ ਵੀ ਇਸ ਤਰ੍ਹਾਂ ਹੀ ਲਿਖਣੀ ਹੈ। ਤਾਂ 32 ਦੀ ਪਾਵਰ 1/5। ਹੁਣ ਸਾਡੇ ਕੋਲ ਆਧਾਰ ਸੰਖਿਆ ਹੈ 32, ਤਾਂ ਅਸੀਂ 32 ਦੇ ਅਭਾਜ ਗੁਣਨਖੰਡ ਕਰਦੇ ਹਾਂ। 2 ਨਾਲ ਵੰਡਦੇ ਹਾਂ 16 ਆਏਗਾ, ਫਿਰ 16 ਨੂੰ 2 ਨਾਲ ਵੰਡਾਂਗੇ 8, ਫਿਰ ਅੱਗੇ 4, ਫਿਰ ਅੱਗੇ 2, ਫਿਰ ਅੱਗੇ 1। ਤਾਂ ਇਸ ਦਾ ਮਤਲਬ 32 ਦੀ ਪਾਵਰ 1/5 ਨੂੰ ਅਸੀਂ ਲਿਖ ਸਕਦੇ ਹਾਂ 2 ਦੀ ਪਾਵਰ 5 ਸਾਰੇ ਦੀ ਪਾਵਰ 1/5। 2 ਦੀ ਪਾਵਰ 5 ਕਿਉਂ ਲਿਖਿਆ? ਕਿਉਂਕਿ 32 ਦੇ ਅਭਾਜ ਗੁਣਨਖੰਡਾਂ ਦੇ ਵਿੱਚ 2 5 ਵਾਰ ਗੁਣਾ ਹੋ ਰਿਹਾ। ਤਾਂ ਹੁਣ ਫਿਰ ਘਾਤ ਦੇ ਉੱਪਰ ਘਾਤ ਆ ਗਈ ਹੈ ਸਾਡੇ ਕੋਲ, ਇਸ ਨੂੰ ਅਸੀਂ ਲਿਖ ਸਕਦੇ ਹਾਂ 2 ਦੀ ਪਾਵਰ 5 ਮਤਲਬ 5/1 ਗੁਣਾ 1/5। 5 ਨਾਲ 5 ਕੈਂਸਲ ਹੋ ਗਿਆ, ਸਾਡੇ ਕੋਲ ਆਇਆ 2 ਦੀ ਪਾਵਰ 1, ਇਸ ਨੂੰ ਅਸੀਂ 2 ਲਿਖ ਸਕਦੇ ਹਾਂ। ਆਨਸਰ ਆ ਗਿਆ ਸਾਡੇ ਕੋਲ। ਬਹੁਤ ਆਸਾਨ ਪ੍ਰਸ਼ਨ ਨੇ। ਅਗਲਾ ਪ੍ਰਸ਼ਨ ਦੇਖਦੇ ਹਾਂ। 125 ਦੀ ਪਾਵਰ 1/3। 125 ਦੀ ਪਾਵਰ 1/3।
ਹੁਣ ਇੱਥੇ ਅਸੀਂ 125 ਦੇ ਫਿਰ ਅਭਾਜ ਗੁਣਨਖੰਡ ਕਰ ਲੈਂਦੇ ਹਾਂ। ਇਹ 5 ਤੇ ਵੰਡਿਆ ਜਾਊਗਾ, 25 ਆਊਗਾ, ਫਿਰ 5 ਤੇ ਵੰਡਾਂਗੇ 5 ਆਊਗਾ, ਫਿਰ 5 ਤੇ ਵੰਡਾਂਗੇ 1 ਆਊਗਾ। ਤਾਂ ਇਸ ਪ੍ਰਕਾਰ ਅਸੀਂ ਲਿਖ ਸਕਦੇ ਹਾਂ 125 ਦੀ ਪਾਵਰ 1/3 ਨੂੰ 5 ਦੀ ਪਾਵਰ 3 ਸਾਰੇ ਦੀ ਪਾਵਰ 1/3। ਹੁਣ ਫਿਰ ਘਾਤ ਦੇ ਉੱਪਰ ਇੱਕ ਹੋਰ ਘਾਤ ਅੰਕ ਹੈ, ਤਾਂ ਇਸ ਨੂੰ ਅਸੀਂ ਲਿਖਾਂਗੇ 5 ਦੀ ਪਾਵਰ 3 ਮਤਲਬ 3/1 ਗੁਣਾ 1/3। ਬਸ ਇਹ ਘਾਤ ਅੰਕ ਲਿਖਦੇ ਹਾਂ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਕਿ ਜਿਹੜਾ ਘਾਤ ਅੰਕ ਹੈ ਉਹ ਆਧਾਰ ਸੰਖਿਆ ਦੇ ਉੱਪਰ ਕਰਕੇ ਲਿਖਿਆ ਹੋਵੇ। 3 ਨਾਲ 3 ਕੈਂਸਲ ਹੋ ਜਾਊਗਾ, ਸਾਡੇ ਕੋਲ ਆਊਗਾ 5 ਦੀ ਪਾਵਰ 1। ਇਸ ਨੂੰ ਅਸੀਂ ਲਿਖ ਸਕਦੇ ਹਾਂ 5। ਆਨਸਰ ਆ ਗਿਆ ਸਾਡੇ ਕੋਲ। ਚਲੋ ਦੂਜਾ ਪ੍ਰਸ਼ਨ ਦੇਖਦੇ ਹਾਂ। ਦੂਜੇ ਪ੍ਰਸ਼ਨ 'ਚ ਸਾਨੂੰ ਕਹਿ ਰਿਹਾ ਪਤਾ ਕਰੋ 9 ਦੀ ਪਾਵਰ 3/2 ਦਾ ਮੁੱਲ, 32 ਦੀ ਪਾਵਰ 2/5 ਦਾ ਮੁੱਲ, 16 ਦੀ ਪਾਵਰ 3/4 ਤੇ 125 ਦੀ ਪਾਵਰ -1/3। ਇਹ ਸਾਰੇ ਪ੍ਰਸ਼ਨਾਂ ਵਿੱਚ ਵੀ ਕਿਸੇ ਵੀ ਸਵਾਲ ਦੇ ਵਿੱਚ ਘਾਤ ਅੰਕ ਪੂਰਨ ਸੰਖਿਆ ਨਹੀਂ ਹੈ। ਤਾਂ ਫਿਰ ਪਹਿਲੇ ਪ੍ਰਸ਼ਨ ਦੀ ਤਰ੍ਹਾਂ ਅਸੀਂ ਆਧਾਰ ਅੰਕ ਦੇ ਅਭਾਜ ਗੁਣਨਖੰਡ ਕਰਾਂਗੇ, ਫਿਰ ਅੱਗੇ ਪ੍ਰਸ਼ਨ ਨੂੰ ਹੱਲ ਕਰਾਂਗੇ। ਪਹਿਲੇ ਪ੍ਰਸ਼ਨ ਦੇ ਵਿੱਚ ਦੇਖੋ ਆਧਾਰ ਅੰਕ 9 ਹੈ ਤੇ ਘਾਤ ਅੰਕ ਹੈ 3/2। ਅਸੀਂ ਆਧਾਰ ਅੰਕ 9 ਦੇ ਅਭਾਜ ਗੁਣਨਖੰਡ ਕਰਾਂਗੇ, ਤੁਹਾਨੂੰ ਸਿੱਧੇ ਹੀ ਯਾਦ ਹੋਣਗੇ। ਅਸੀਂ 9 ਨੂੰ ਲਿਖ ਸਕਦੇ ਹਾਂ 3 × 3 ਇਸ ਦੀ ਪਾਵਰ 3/2। ਹੁਣ ਬ੍ਰੈਕਟ ਦੇ ਅੰਦਰ 3 2 ਵਾਰ ਆਇਆ, ਇਸ ਨੂੰ ਮੈਂ ਘਾਤ ਅੰਕ ਦੇ ਰੂਪ ਵਿੱਚ ਲਿਖਾਂਗਾ 3 ਦੀ ਪਾਵਰ 2 ਤੇ ਬ੍ਰੈਕਟ ਦੇ ਬਾਹਰ ਹੈ ਮੇਰੇ ਕੋਲ 3/2। ਹੁਣ ਫਿਰ ਘਾਤ ਦੇ ਉੱਪਰ ਘਾਤ ਅੰਕ ਆ ਗਿਆ ਸਾਡੇ ਕੋਲ, ਅਸੀਂ ਕਰਾਂਗੇ ਘਾਤਾਂ ਦੀ ਗੁਣਾ। ਘਾਤਾਂ ਦੀ ਗੁਣਾ ਘਾਤਾਂ ਦੇ ਵਿੱਚ ਹੀ ਹੋਊਗੀ, ਤਾਂ 2/1 ਗੁਣਾ 3/2 ਲਿਖਾਂਗੇ ਘਾਤ ਅੰਕ ਵਾਲੇ ਸਥਾਨ 'ਤੇ। ਆਧਾਰ ਅੰਕ ਦੇ ਬਰਾਬਰ ਨਹੀਂ ਇਹਨਾਂ ਨੂੰ ਅਸੀਂ ਲੈ ਕੇ ਆਉਣਾ ਹੁੰਦਾ, ਇੱਕ ਆਮ ਗਲਤੀ ਹੁੰਦੀ ਹੈ ਜਿਸ ਤੋਂ ਅਸੀਂ ਬਚਣਾ। ਹੁਣ ਦੇਖੋ 2 ਨਾਲ 2 ਕੱਟਿਆ ਗਿਆ ਸਾਡੇ ਕੋਲ, ਤਾਂ ਸਾਡੇ ਕੋਲ ਆਇਆ 3 ਦੀ ਪਾਵਰ 3। ਇਸ ਨੂੰ ਅਸੀਂ ਸੋਲਵ ਕਰ ਸਕਦੇ ਹਾਂ। 3 ਦੀ ਪਾਵਰ 3 ਦਾ ਮਤਲਬ ਹੈ 3 ਨੂੰ 3 ਵਾਰੀ ਗੁਣਾ ਕਰਨੀ। ਤਾਂ 3 ਤੀਏ 9 ਤੇ ਫਿਰ 9 ਤੀਏ 27, ਤਾਂ 3 ਨੂੰ 3 ਵਾਰ ਗੁਣਾ ਕਰਕੇ ਸਾਡੇ ਕੋਲ ਆਇਆ 27। ਇਸ ਤਰ੍ਹਾਂ ਅਸੀਂ ਪਹਿਲਾ ਪ੍ਰਸ਼ਨ ਹੱਲ ਕਰ ਲਿਆ। ਦੂਜਾ ਭਾਗ ਦੇਖਦੇ ਹਾਂ। ਦੂਜੇ ਭਾਗ 'ਚ ਸਾਨੂੰ ਕਹਿ ਰਿਹਾ ਪ੍ਰਸ਼ਨ 32 ਦੀ ਪਾਵਰ 2/5। ਫਿਰ ਘਾਤ ਸੰਖਿਆ ਪੂਰਨ ਅੰਕ ਨਹੀਂ ਹੈ, ਤਾਂ ਅਸੀਂ ਆਧਾਰ ਸੰਖਿਆ ਮਤਲਬ 32 ਦੇ ਅਭਾਜ ਗੁਣਨਖੰਡ ਕਰਾਂਗੇ। ਤੁਸੀਂ ਸਿੱਧੇ ਵੀ ਕਰ ਸਕਦੇ ਹੋ ਗੁਣਨਖੰਡ, ਤੇ ਜੇ ਤੁਸੀਂ ਲਿਖ ਕੇ ਗੁਣਨਖੰਡ ਕਰਨੇ ਆ ਤਾਂ ਵੀ ਠੀਕ ਹੈ, ਕੋਈ ਗੱਲ ਨਹੀਂ। ਹੌਲੀ ਹੌਲੀ ਪ੍ਰੈਕਟਿਸ ਨਾਲ ਤੁਹਾਨੂੰ ਯਾਦ ਹੋ ਜਾਊਗਾ। 2 ਨਾਲ ਵੰਡਾਂਗੇ ਤਾਂ 16 ਆਊਗਾ, 2 ਨਾਲ 16 ਨੂੰ ਵੰਡਾਂਗੇ ਤਾਂ 8 ਆਊਗਾ, ਅੱਗੇ 4, ਫਿਰ ਅੱਗੇ 2, ਫਿਰ ਅੱਗੇ 1। ਤਾਂ ਹੁਣ 32 ਦੇ ਅਭਾਜ ਗੁਣਨਖੰਡਾਂ ਦੇ ਵਿੱਚ 2 ਸਾਡੇ ਕੋਲ 1 2 3 4 5 ਵਾਰੀ ਆਇਆ, ਤਾਂ ਇਸ ਨੂੰ ਅਸੀਂ ਲਿਖਾਂਗੇ 2 ਦੀ ਪਾਵਰ 5 ਸਾਰੇ ਦੀ ਪਾਵਰ 2/5। ਫਿਰ ਘਾਤ ਦੇ ਉੱਪਰ ਘਾਤ ਹੈ, ਤਾਂ ਘਾਤਾਂ ਦੀ ਗੁਣਾ ਹੋ ਜੂਗੀ 5/1 ਗੁਣਾ 2/5। 5 ਨਾਲ 5 ਕੱਟਿਆ ਗਿਆ, ਸਾਡੇ ਕੋਲ ਆਇਆ 2 ਦੀ ਪਾਵਰ 2, ਤੇ 2 ਦੀ ਪਾਵਰ 2 ਦਾ ਮਤਲਬ ਹੈ 2 ਨੂੰ 2 ਵਾਰ ਗੁਣਾ ਕਰੋ, ਤੇ ਆਨਸਰ ਆ ਗਿਆ 4। ਸਮਝ ਆ ਰਹੇ ਨੇ ਨਾ ਸਵਾਲ? ਅਗਲਾ ਪ੍ਰਸ਼ਨ ਦੇਖਦੇ ਹਾਂ। ਅਗਲਾ ਪ੍ਰਸ਼ਨ ਹੈ ਸਾਡੇ ਕੋਲ 16 ਦੀ ਪਾਵਰ 3/4। ਫਿਰ ਆਧਾਰ ਅੰਕ ਦੇ ਗੁਣਨਖੰਡ ਕਰਾਂਗੇ ਅਭਾਜ, ਤਾਂ 16 ਦੇ ਅਭਾਜ ਗੁਣਨਖੰਡ ਬਣਦੇ ਨੇ 2 ਦੀ ਪਾਵਰ 4। ਤੁਸੀਂ ਆਪ ਵੀ ਇਹਨੂੰ ਹੱਲ ਕਰਕੇ ਦੇਖ ਸਕਦੇ ਹੋ। ਇਸ ਦੀ ਪਾਵਰ ਆਊਗੀ 3/4। ਫਿਰ ਘਾਤ ਦੇ ਉੱਪਰ ਘਾਤ ਹੈ, ਤਾਂ ਇਹ ਬਣ ਜੂਗਾ 4/1 ਗੁਣਾ 3/4। 4 ਨਾਲ 4 ਕੱਟਿਆ ਜਾਊਗਾ, ਸਾਡੇ ਕੋਲ ਆਊਗਾ 2 ਦੀ ਪਾਵਰ 3, ਤੇ 2 ਦੀ ਪਾਵਰ 3 ਦਾ ਮਤਲਬ ਹੈ 2 ਗੁਣਾ 2 ਗੁਣਾ 2 ਮਤਲਬ 2 ਦੂਣੀ 4 ਤੇ 4 ਦੂਣੀ 8। ਸਾਡੇ ਕੋਲ ਆਨਸਰ ਆਊਗਾ 8। ਚੌਥਾ ਭਾਗ ਦੇਖਦੇ ਹਾਂ। ਚੌਥੇ ਭਾਗ ਦੇ ਵਿੱਚ ਸਾਨੂੰ ਪ੍ਰਸ਼ਨ ਕਹਿ ਰਿਹਾ 125 ਦੀ ਪਾਵਰ -1/3। ਆਧਾਰ ਸੰਖਿਆ ਦੇ ਅਸੀਂ ਅਭਾਜ ਗੁਣਨਖੰਡ ਕਰਾਂਗੇ, ਤਾਂ ਇਹ ਬਣੂਗਾ 5 5 25 5 125 ਮਤਲਬ 5 ਦੀ ਪਾਵਰ 3 ਸਾਰੇ ਦੀ ਪਾਵਰ -1/3। ਘਾਤ ਦੇ ਉੱਪਰ ਘਾਤ ਹੈ, ਤਾਂ ਇਹ ਬਣ ਜੂਗਾ ਘਾਤਾਂ ਦੀ ਗੁਣਾ ਕਰਕੇ 3/1 ਗੁਣਾ -1/3। 3 ਨਾਲ 3 ਕੱਟਿਆ ਗਿਆ, ਤਾਂ ਇਹ ਸਾਡੇ ਕੋਲ ਆ ਗਿਆ 5 ਦੀ ਪਾਵਰ -1। 5 ਦੀ ਪਾਵਰ -1 ਅਸੀਂ ਆਨਸਰ ਲਿਖ ਸਕਦੇ ਹਾਂ, ਜਾਂ ਇਸ ਨੂੰ ਅਸੀਂ 1/5 ਵੀ ਲਿਖ ਸਕਦੇ ਹਾਂ। ਕਿਸੇ ਸੰਖਿਆ ਦਾ ਉਲਟ ਕ੍ਰਮ ਕਰਨ 'ਤੇ ਉਸ ਦੀ ਘਾਤ ਦਾ ਨਿਸ਼ਾਨ
उल्ट हो जाता। तो इसनूं असीं लिखांगे 1/5 की घात 1। ये साडे कोल बन जूगा 1/5। हुण देखदे हां सवाल नंबर तीजा। तीजे सवाल का पहला भाग सानू कह रहा 2 की पावर 2/3 गुणा 2 की पावर 1/5। इत्थे एक गल नोट करो, दोवें संख्यावां जिहड़ियां गुणा होईयां ने उन्हां दे विच आधार अंक 2 है। तो जदों भी इस तरह दी संख्यावां जिन्हां दा आधार अंक समान होवे तां उन्हां दी जदों गुणा करीदी है तां घातां जुड़ जांदियां ने। ये असीं याद रखना। एक फॉर्मूला भी लिखाया जाता कई बार, ए दी पावर m गुणा ए दी पावर n ये बराबर हुंदा ए दी पावर m प्लस n। इत्थे संकेत सानू दस रहा कि आधार अंक ए जे समान होवे तां घातां जे वखरियां होण तां इन्हां नूं गुणा करके घातां नूं असीं जोड़ दिंदे हां ते आधार अंक उस तरह ही रहिंदा है। उही काम असीं इत्थे करदे हां। इसनूं असीं लिख सकदे हां 2 की पावर 2/3 प्लस 1/5। हुण घात अंक दे विच असीं लघुत्तम लवांगे। 3 ते 5 का लघुत्तम आऊगा 15। तुसीं बटरफ्लाई मैथड नाल भी इसनूं कर सकदे हो। 5 नूं 2 ते गुणा करोगे 10 प्लस 3 नूं 1 ते गुणा करोगे 3, तो ये आऊगा 2 की पावर 13/15। हुण 2 दे असीं अभाज गुणनखंड करके इसनूं अगे हल नहीं कर सकते, तो यही साडा आंसर हो जाएगा। नैक्सट पार्ट, सैकेंड पार्ट देखते हैं। सैकेंड पार्ट दे विच प्रश्न है साडे कोल 1/3 की घात 3 ते सारे की घात 7। हुण इसनूं असीं हल करना। देखो 1/3 की घात 3 है। जे मैं 1/3 की घात 3 का उल्ट क्रम करा तो घात अंक का निशान बदल जूगा, तो यह होगा 3 की घात -3/1 इहदी पावर 7। हुण 3 की पावर -3/1 नूं असीं लिख सकते हैं 3 की पावर -3। इहदे उपर साडे कोल पावर 7। तो जदों भी घात दे उपर घात संख्या होवे तो असीं करदे हां घातां दी गुणा, तो यह बन जूगा -3 गुणा 7, तो 3 की पावर आया -21। हुण 3 फिर साडे कोले अभाज संख्या, इसनूं असीं अगे गुणनखंड करके हल नहीं कर सकते, तो इत्थे साडा आंसर हो जाता है। तीजा भाग देखते हैं। तीजे भाग दे विच साडे कोल प्रश्न है 11 की पावर 1/2 बटे 11 की पावर 1/4। हुण इहदा मतलब है कि 11 की पावर 1/2 नूं असीं भाग करना है 11 की पावर 1/4 नाल। इत्थे भी देखो आधार अंक साडे कोल समान है, तो एक फॉर्मूला सानू सिखाया जाता है। जे आधार अंक समान होवे तो असीं लिखते हैं ए की पावर n बटे ए की पावर n ये बराबर हुंदा ए की पावर m माइनस n। मतलब जे आधार अंक समान होवे तो भाग करन ते घातां नूं असीं घटा दिंदे हां, तो यही नियम असीं इत्थे लगाउने हां। तो यह बन जूगा 11 की पावर 1/2 माइनस 1/4। हुण घात दे विच साडे कोल है 1/2 माइनस 1/4। इसनूं असीं लघुत्तम लैके हल करांगे। लघुत्तम आऊगा साडे कोल 4, 2 दूनी 4 ते 1 दूनी 2, -4 एकम 4 ते 1 एकम 1, तो साडे कोल बन गया 11 की पावर 1/4। 2 दे विचों 1 माइनस कीते 1 आ गया, हर दे विच साडे कोल 4 सी। इस तरह असीं इस प्रश्न नूं भी हल कर लिया। चौथा भाग है साडे कोल 7 की पावर 1/2 गुणा 8 की पावर 1/2। हुण असीं इसनूं हल करना। देखो इत्थे आधार अंक साडे कोले वखरे वखरे ने, तो इत्थे असीं गुणा करन ते जिहड़ियां घातां जुड़दियां ने वो नियम नहीं लगा सकते। हुण पर इत्थे तुसीं ध्यान दिओ जिहड़े घात अंक ने वो समान ने। जे आधार अंक वखरे होण, घात अंक एक समान होण, फिर असीं की करदे हां, फिर असीं नियम लगाउने हां ए की पावर m गुणा b की पावर m। इसनूं असीं लिख सकते हैं a गुणा b सारे की सांझी पावर m। तो इस प्रश्न नूं असीं हल करके लिखांगे 7 गुणा 8 की पावर 1/2। 7 8 56 हुंदा, तो यह बन गया 56 की घात 1/2। ये साडे कोल आंसर आ गया। इसनूं असीं अगे सॉल्व नहीं कर सकते क्योंकि 56 पूर्ण वर्ग संख्या नहीं हैगी, क्योंकि
कोई भी संख्या इस तरह की नहीं जिसनों अपने आप नाल गुणा करन ते 56 आ जाए, तो इसनों असीं इत्थे ही छड्ड दिंदे हां। तो इस प्रकार असीं अभ्यास 1.6 के प्रश्न समझे, तो मैनूं उम्मीद है कि ये प्रश्न तुसीं बड़ी आसानी नाल सीख जाओगे। थैंक यू।